मन क्यों बैरा करेगा सतगुर मेरा पूरा, सतगुर मेरा पूरा, सतगुर मेरा पूरा, सतगुर मेरा पूरा। मन क्यों बैरा करेगा सतगुर मेरा पूरा, सतगुर मेरा पूरा, सतगुर मेरा पूरा, सतगुर मेरा पूरा। मन सा कदत सब सुख निदान, मन सा कदत सब सुख निदान, अमृत सार सद ही भरपूरा, अमृत सार सद ही भरपूरा। मन क्यों बैरा करेगा सतगुर मेरा पूरा, सतगुर मेरा पूरा, सतगुर मेरा पूरा, सतगुर मेरा पूरा। मन क्यों बैरा करेगा सतगुर मेरा पूरा, सतगुर मेरा पूरा, सतगुर मेरा पूरा, सतगुर मेरा पूरा। मन सा कदत सब सुख निदान, मन सा कदत सब सुख निदान, अमृत सार सद ही भरपूरा, अमृत सार सद ही भरपूरा। मन क्यों बैरा करेगा सतगुर मेरा पूरा, सतगुर मेरा पूरा, सतगुर मेरा पूरा, सतगुर मेरा पूरा। मन क्यों बैरा करेगा सतगुर मेरा पूरा, सतगुर मेरा पूरा, सतगुर मेरा। देशियो गुरबाणी था समुंदर बेअंत, जिदा अंत नहीं कोई पारावार। हे गुरु नानक नाम लेवा गुर संगत जियो, आप ऐस वक्त घोर भयानक कलयुग दे विच श्री गुरु ग्रंथ साहिब दे प्रेम विच इकत्तर होई प्यारी गुर संगत नूं डंडौत वंदना मेरी अति जी आया एक एक कदम नूं नमस्कार है मेरी, अति बेनती करदा हिरदे विचों दसवें पातशाह दा मुबारक दिन है। सो दशमेश पिता दा अपनी पंथ नूं दित्ती हुई फतेह दी नारे दी प्रवानगी बख्शो। वाहिगुरु जी का खालसा, वाहिगुरु जी की फतेह। गुरु रूप गुर संगत जी आप दी बहुत ही उच्चे ते सुच्चे ते बुलंद कर्म है, जिहड़ा ये घोर अंध कलयुग है। घोर मैंने कलयुग दा जौवन ते आया पिया, निंदिया मत नूं घोर ले जाती है, बुद्धि भ्रिष्ट कर दिंदी है, वासनावां
ਪੁਰਸ਼ ਨੂੰ ਅੰਧਾ ਕਰ ਦਿੰਦੀਆਂ ਨੇ। ਕਿਵੇਂ ਕਰ ਦਿੰਦੀਆਂ ਜੀ? ਸਾਰੀ ਗੁਰਸੰਗਤ ਨੂੰ ਸ਼ੰਕਿਆ ਹੋਵੇ। ਜਿਹੜੀ ਬਾਦਸ਼ਾਹ ਤੇ ਬਾਦਸ਼ਾਹ ਬਾਸ਼ਨਾ ਇੱਕ ਵਸਤੂ ਹੈ। ਭੁੱਖ ਰਾਜ ਭਾਗ ਲਿਆ ਵੀ ਤੇ ਲਿਆ ਵੀ ਨਹੀਂ ਲੈਂਦੀ, ਤੇ ਆਪਣੀ ਸੋਚ ਸੋਚਿਆ ਕਿੰਨਾ ਸੋਚਦੇ ਆ ਆਪਾਂ ਵੀ ਸਾਡੇ ਕੋਲੇ ਦੁੱਖ ਟੁੱਟ ਜਾਣ, ਧਨ ਵੀ ਹੋ ਜੇ, ਪਦਾਰਥ ਵੀ ਹੋ ਜਾਣ, ਉਹ ਅੰਦਲਾ ਹੋ ਜਾਂਦਾ ਹੈ। ਉਹਨੂੰ ਇਹ ਨਹੀਂ ਗਿਆਨ ਹੁੰਦਾ ਵੀ ਪ੍ਰਮਾਤਮਾ ਨੇ ਘੱਲਿਆ ਕਿਸ ਵਾਸਤੇ ਸੀ, ਵੀ ਕੀ ਖੱਟਣਾ ਸੀ ਤੇ ਕੀ ਖੱਟ ਰਿਹਾ ਹੈ। ਫਿਰ ਇਹ ਘੋਰ ਅੰਧ ਕਲਯੁਗ ਭਿਅੰਕਰ ਯੁੱਗ ਇਹਦੀ ਬੁੱਧੀ ਤੇ ਵਾਸ ਕਰਦਾ ਹੈ, ਜਿਹਨੂੰ ਕੋਈ ਵੀ ਪ੍ਰੇਮ ਨਹੀਂ ਰਹਿੰਦਾ। ਧਨ ਇਹਦੀ ਨੀਤੀ ਏਡੀ ਭਿਅੰਕਰ ਹੋ ਜਾਂਦੀ ਹੈ, ਇਹ ਰੱਬ ਦੇ ਪਿਆਰਿਆਂ ਨਾਲ ਵੈਰ ਕਰਦਾ ਹੈ। ਇਹ ਪਿਆਰਿਓ, ਜੇ ਆਪਾਂ ਰੱਬ ਦੇ ਪਿਆਰਿਆਂ ਨਾਲ ਵੈਰ ਕਰਾਂਗੇ, ਸੋ ਆਪਾਂ ਦਿਲ ਵਿੱਚੋਂ ਦਲਗੀਰੀ ਰੋਗ ਖਤਮ ਨਹੀਂ ਹੋ ਸਕਦੀ। ਸਾਡੇ ਦਸ਼ਮੇਸ਼ ਪਿਤਾ ਨਾਲ ਜਿਨ੍ਹਾਂ ਨੇ ਵੈਰ ਲਿਆ, ਪਾਤਸ਼ਾਹ ਦੀ ਕੋਈ ਸ਼ਰਾਪ ਨਹੀਂ ਦੇਣਾ ਪਿਆ, ਉਹ ਪ੍ਰੇਮ ਨਾਲ ਹੀ ਖਤਮ ਹੋ ਗਈ। ਇਹ ਪਿਆਰਿਓ, ਜਿਹੜਾ ਘੋਰ ਅੰਧ ਕਲਯੁਗ ਹੈ, ਇਹ ਪੁਰਸ਼ ਦੀ ਮੱਤ ਮਾਰ ਦਿੰਦਾ ਹੈ। ਮੈਨੂੰ ਪਿਛਲੇ ਸਮੇਂ 2-3 ਦਿਨ ਪਹਿਲਾਂ ਗੁਰਸੰਗਤ ਜੀ ਇੱਕ ਸਿੱਖ ਮਿਲਿਆ। ਉਸਨੇ ਪੁੱਛਿਆ ਕਿ ਮਹਾਂਪੁਰਖੋਂ ਮੈਂ ਕੋਈ ਵਚਨ ਪੁੱਛਣਾ, ਸ਼ਰੀਰ ਨਿਆਰਾ ਕਿ ਆਤਮਾ ਨਿਆਰੀ? ਗੁਰਸੰਗਤ ਜੀ, ਸ਼ਰੀਰ ਵੀ ਨਿਆਰਾ ਹੈ। ਕਿਹਦਾ ਨਿਆਰਾ? ਜਿਹੜਾ ਸਤ ਸੰਗ ਵਿੱਚ ਸ਼ਰੀਰ ਲਾਉਂਦਾ। ਜਿਨ੍ਹਾਂ ਸ਼ਰੀਰਾਂ ਨੇ ਬਾਬਾ ਦੀਪ ਸਿੰਘ ਵਰਗਿਆਂ ਨੇ ਸੀਸ ਦਿੱਤਾ, ਉਹ ਵੀ ਦੇਹਧਾਰੀ ਸੀ, ਲੇਕਿਨ ਬਾਬਾ ਦੀਪ ਸਿੰਘ ਜੀ ਦਾ ਨਾਮ ਸਤਿਕਾਰ ਨਾਲ ਗੁਰੂ ਘਰ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਲਿਆ ਜਾਂਦਾ ਹੈ। ਭਾਈ ਮਤੀ ਦਾਸ ਦਾ ਵੀ ਸਰੀਰ ਸੀ, ਸਰੀਰ ਵੀ ਨਿਆਰਾ ਹੈ। ਜੇ ਪਿਆਰਿਓ ਤੁਹਾਨੂੰ ਸ਼ੰਕਿਆ ਹੈ ਨਾ, ਮੇਰੇ ਕੋਲ ਸਰੀਰ ਦਾ ਵੀ ਉੱਤਰ ਹੈ। ਜੇ ਆਪਾਂ ਕਹੀਏ ਆਤਮਾ ਨਿਆਰੀ, ਆਤਮਾ ਤਾਂ ਆਪਣੇ ਸਾਰਿਆਂ ਕੋਲ ਹੈ, ਪਰ ਸਭ ਨੂੰ ਪਤਾ ਹੈ ਵੀ ਆਪਣੇ ਕੋਲੇ ਪ੍ਰਮਾਤਮਾ ਵੀ ਆ, ਪਰ ਜਾਗਦਾ ਨਹੀਂ। ਸਿਮਰਨ ਬਿਨਾ ਮਤ ਨਹੀਂ, ਬੁੱਧ ਨਹੀਂ, ਗਿਆਨ ਨਹੀਂ। ਗੁਰਸੰਗਤ ਜੀ, ਆਤਮਾ ਵਿੱਚ ਸਚਾਈ ਨਾ ਹੋਵੇ, ਧਰਮ ਨਾ ਹੋਵੇ, ਆਤਮਾ ਵਿੱਚ ਗੁਰੂ ਦਾ ਪ੍ਰੇਮ ਨਾ ਹੋਵੇ, ਫਿਰ ਆਤਮਾ ਅਜਰ ਅਮਰ ਕਿਵੇਂ ਹੋ ਜੂਗੀ? ਇਹ ਪਿਆਰਿਓ, ਆਤਮਾ ਨੂੰ ਅਮਰ ਕਰਨ ਦਾ ਰਸਤਾ ਹੈ, ਤੂੰ ਸਤਿਗੁਰੂ ਨਾਲ ਪ੍ਰੇਮ ਕਰ, ਸੱਚੇ ਦਿਲੋਂ ਕਰ। ਜੇ ਤੈਨੂੰ ਦਰਕਾਰ ਵੀ ਮਿਲਦੀ ਹੈ ਗੁਰੂ ਘਰ ਚੋਂ, ਤੇ ਤੂੰ ਆਪਣਾ ਹੱਟ ਨਾ, ਗੁਰੂ ਦੀ ਦਰਕਾਰ ਨੂੰ ਵੀ ਖੁਸ਼ ਹੋ ਕੇ ਮਨਜ਼ੂਰ ਕਰ। ਦੁੱਖ ਵੀ ਗੁਰੂ ਘਰ ਚੋਂ ਤੇ ਸੁੱਖ ਵੀ ਗੁਰੂ ਘਰ ਚੋਂ। ਭਰੋਸਾ ਅਟੂਟ ਰੱਖ।
ਜੇ ਭਰੋਸਾ ਰੱਖੋਗੀ ਦੁੱਖ ਬਿਨਸ ਜੂਗਾ ਪਿਆਰਿਓ। ਪੰਜਵੇਂ ਪਾਤਸ਼ਾਹ ਜਿਵੇਂ ਐਸ ਵਕਤ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਜਬਰ ਤਖਤ ਦੇ ਮਾਲਕ ਕੋਟ ਬ੍ਰਹਿਮੰਡ ਦੇ ਠਾਕਰ ਅਲਾਹੀ ਜੋਤ ਰੱਬ ਦਾ ਨੂਰ ਕੁਦਰਤ ਕ੍ਰਿਸ਼ਮਾ ਮਹਾਰਾਜ ਐਸ ਵਕਤ ਗੁਰਗੱਦੀ ਤੇ ਬਿਰਾਜਮਾਨ ਬੈਠੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪ੍ਰਵਚਨ ਇੱਕ ਇੱਕ ਸ਼ਬਦ ਮੁਕਤੀ ਦਾ ਮਾਰਗ ਹੈ। ਇੱਕ ਇੱਕ ਪ੍ਰਵਚਨ ਨਾਮ ਦਾ ਸੋਮਾ ਬਣਾ ਕੇ ਪਹਿਲੋਂ ਤਾਂ ਹਿਰਦੇ ਚ ਲਾਓ। ਇਹ ਪਿਆਰਿਓ ਤੁਸੀਂ ਬੇਤਮਾਨ ਬੈਠੇ ਹੋ, ਜਿੰਨਾ ਚਿਰ ਤੁਸੀਂ ਸੋਮਾ ਨਾਮ ਦਾ ਹਿਰਦੇ ਚ ਨਹੀਂ ਲਾਉਂਦੇ ਫਿਰ ਕੰਠ ਚ ਲਾਓ, ਫਿਰ ਆਤਮਾ ਚ ਲਓ, ਫਿਰ ਰੋਮ ਰੋਮ ਸਿਮਰੂ ਤੇਰਾ। ਰੋਮ ਰੋਮ ਸਿਮਰਨ ਸਹਿਤ ਕਦੇ ਮਰਨ ਜੰਮਣ ਚ ਦੁਬਾਰੇ ਪੁਰਸ਼ ਪ੍ਰਾਣੀ हे ਪਿਆਰਿਓ ਆਤਮਾ ਆਉਂਦੀ ਨਹੀਂ, ਨਿਰਾਕਾਰ ਦੇ ਵਿੱਚ ਸਮਾ ਜਾਂਦੀ ਹੈ। ਏਡੀ ਮਹਾਨ ਸ਼ਕਤੀ ਹੈ। ਸਤਿਗੁਰ ਦੀ ਸਿਮਰਨ ਕਰਨ ਵਾਲਿਆਂ ਨੂੰ ਮਹਾਨਤਾ ਪਤਾ ਹੈ। ਇੱਕ ਸਮੇਂ ਮੈਂ ਬੇਨਤੀ ਕਰੂੰ, ਗੁਰੂ ਪੰਚਮ ਪਾਤਸ਼ਾਹ ਦੋ ਜਹਾਨ ਦੀ ਵਾਲੀ ਕੋਟ ਬ੍ਰਹਿਮੰਡ ਦੇ ਠਾਕਰ ਰੱਬ ਦਾ ਨੂਰ ਧਰਤੀ ਤੇ ਅਕਾਲ ਪੁਰਖ ਬੈਠੇ ਸੀ। ਅੰਮ੍ਰਿਤਸਰ ਗੁਰ ਸੰਗਤ ਵੀ ਬੈਠੀ ਸੀ। ਗੁਰੂ ਪਿਆਰਿਓ ਉਹਨਾਂ ਦੇ ਲਖਾਰੀ ਭਾਈ ਗੁਰਦਾਸ ਉਹਨਾਂ ਦੇ ਚਰਨਾਂ 'ਚ ਹਮੇਸ਼ ਰਹਿੰਦੇ ਸੀ। ਗੁਰ ਸੰਗਤ ਨੇ ਬੇਨਤੀ ਕਰੀ ਵੀ ਜਿਹੜੀ ਤੁਸੀਂ ਹਰ ਵਕਤ ਸਾਨੂੰ ਕਹਿੰਦੇ ਹੋ ਵੀ ਸਤ ਸੰਗ ਕਰਿਆ ਕਰੋ ਤੇ ਗੁਰੂ ਦੇ ਚਰਨ ਕਮਲਾਂ ਵਿੱਚ ਬੈਠਿਆ ਕਰੋ, ਉਹਦੀ ਸ਼ੋਭਾ ਉਹਦਾ ਫਲ ਕੀ ਹੈ। ਮਹਾਰਾਜ ਕਹਿੰਦੇ ਇਹ ਪਿਆਰਿਓ ਜਿਹੜਾ ਵਿਅਕਤੀ ਸਤਿਗੁਰ ਦੇ ਚਰਨਾਂ 'ਚ ਬੈਠੇ ਉਹ ਕਦੇ ਮਨੁੱਖ ਮਨਮੁਖ ਨਹੀਂ ਹੁੰਦਾ। ਮਨਮੁਖ ਕੌਣ ਹੈ? ਜਿਹੜਾ ਗੁਰੂ ਦੀ ਸ਼ਰਨ ਵਿੱਚ ਸਿੱਖਿਆ ਨਹੀਂ ਪ੍ਰਾਪਤ ਕਰਦਾ। ਪ੍ਰੇਮ ਨਾਲ ਸਰਵਣ ਕਰਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਬਿਰਤੀ ਜੋੜੋ। ਆਈ ਗੁਰ ਸੰਗਤ ਨੂੰ ਜਿੱਥੇ ਵੀ ਸਥਾਨ ਮਿਲਦਾ ਬੈਠਣ ਦੀ ਕੋਸ਼ਿਸ਼ ਕਰਿਓ। ਪੰਜਵੇਂ ਪਾਤਸ਼ਾਹ ਅਲਾਹੀ ਫਰਮਾਨ ਬਖਸ਼ਣਗੇ। ਆਪਾਂ ਇੱਕ ਇੱਕ ਪ੍ਰਵਚਨ ਮਹਾਰਾਜ ਦੀ ਸ਼ੋਭਾ ਜੋ ਗੁਰ ਸੰਗਤ ਨੂੰ ਦੱਸੀ ਸੋ ਜਿੰਨੀ ਕੁ ਦਾਸ ਨੂੰ ਮਤ ਬੁੱਧ ਗੁਰ ਸੰਗਤ ਬਖਸ਼ੂ ਉਸ ਪ੍ਰਕਾਰ ਮੈਂ ਆਪ ਦੇ ਹਿਰਦੇ ਵਿੱਚ ਸੇਵਾ ਕਰਾਂ। ਸੁਣੋ ਪ੍ਰੇਮ ਨਾਲ ਮਹਾਰਾਜ ਜੀ ਫਰਮਾ ਰਖੇ ਹਨ।
ਸਤਿਗੁਰ ਪੂਰੇ ਸੇਵੀਐ, ਦੁਖਾਂ ਕਾ ਹੋਏ ਨਾਸ। ਨਾਨਕ ਨਾਮ ਅਰਾਧਿਐ, ਕਾਰਜ ਆਵੈ ਰਾਸ। ਤਨਾਸਰੀ ਮਹਲਾ ਪੰਜਵਾਂ। ਗੁਰ ਕੇ ਚਰਨ ਜੀ ਕਾ ਨਿਸਤਾਰਾ। ਹਾਂ, ਮੈਂ ਪ੍ਰੇਮ ਨਾਲ ਪਹਿਲੋਂ ਸਮਝਾਵਾਂ। ਇਹ ਪਿਆਰਿਓ, ਜਿਹੜਾ ਜੀਵ ਜਗਿਆਸੂ ਹੈ, ਇਹਨੂੰ ਆਪਣੇ ਗੁਰੂ ਦੇ ਚਰਨ ਨਹੀਂ ਛੱਡਣੇ ਚਾਹੀਦੇ। ਦੁਨੀਆ ਕੁਛ ਆਖੀ, ਜਿਹੜੇ ਨਿੰਦਕ ਹੈ ਉਹ ਕਦੇ ਨਹੀਂ ਮਰਨੇ। ਇਹ ਪੁਰਸ਼ੋ, ਜੇ ਆਪਾਂ ਕਹੀਏ ਨਾ ਨਿੰਦਕਾਂ ਨੇ ਸ਼੍ਰੀ ਗੁਰੂ ਨਾਨਕ ਨੂੰ ਨਹੀਂ ਬਖਸ਼ਿਆ, ਨਿੰਦਕਾਂ ਨੇ ਨਹੀਂ ਬਖਸ਼ਣਾ, ਤੇ ਤੁਸੀਂ ਬਖਸ਼ਿਸ਼ ਲੈਣੋਂ ਨਾ ਹਟੋ। ਆਪਾਂ ਬਖਸ਼ਿਸ਼ ਲਓ ਵੀ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰੋ, ਵੀ ਸਾਡੇ ਤੇ ਉਹ ਨਿੰਦਕ ਦਾ ਅਸਰ ਨਾ ਹੋਵੇ। ਅਸੀਂ ਤੁਹਾਡੀ ਉਸਤਤ ਕਰੀਏ। ਅਸੀਂ ਭਾਵੇਂ ਕਲਯੁਗ ਵਿੱਚ ਜਨਮ ਲਿਆ, ਵਾਹਿਗੁਰੂ ਤੇਰੇ ਸਿਮਰਨ ਤੋਂ, ਤੇਰੇ ਪ੍ਰੇਮ ਤੋਂ ਵਿਛੜੀਏ ਨਾ। ਦੇਖੋ ਮਹਾਰਾਜ ਜੀ ਨੇ ਕਿਹਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ तुम्हारे लिखे। हे प्यारियो, अपनी आत्मा 84 ਲੱਖ ਜੂਨੀ ਭੋਗ ਕੇ ਮਾਨਸ ਜਨਮ ਪਾਉਂਦੀ ਆ। ਕਿ ਤੁਸੀਂ ਕਿੰਨੇ ਜਨਮਾਂ ਤੋਂ ਵਿਛੜ ਕੇ ਫੇਰ ਜਨਮ ਲਿਆ। ਜਨਮ ਲੈ ਕੇ ਵੀ ਤੁਸੀਂ ਇਹੋ ਜਿਹੇ ਭੈੜੇ ਕਰਮ ਕਰ ਰਹੇ ਹੋ ਜਿਹਦੇ ਨਾਲ ਤੁਹਾਨੂੰ ਦਰਕਾਰ ਮਿਲੇ। ਤੁਸੀਂ ਰੱਬ ਦੇ ਘਰੋਂ ਦਰਕਾਰ ਲੈ ਰਹੇ ਹੋ। ਜੇ ਤੁਸੀਂ ਦਰਕਾਰ ਨਹੀਂ ਲੈਣੀ ਤਾਂ ਮਹਾਰਾਜ ਦਾ ਜਸ ਕਰੋ, ਸਿਮਰਨ ਕਰੋ, ਆਪਣੇ ਸਤਿਗੁਰ ਦੀ ਯਾਦ ਨਾ ਭੁਲਾਓ। ਕਦੇ ਵੀ ਪ੍ਰੇਮ ਪਟੂਟ ਤੋੜੋ ਨਾ। ਗੁਰ ਸੰਗਤ ਜੀ ਪੇਪਰ ਇਮਤਿਹਾਨ ਤਾਂ ਜੋਗੇ ਤੇ ਵੀ ਪਿਆ ਸੀ, ਪਰ ਪਿਆ ਕਿੱਦਾਂ ਦਾ ਸੀ ਦੇਖ ਲਓ। ਉਧਰੋਂ ਤਾਂ ਲਾਮਾ ਛੱਡ ਕੇ ਆ ਗਏ, ਉਧਰੋਂ ਗੈਨ ਕਰਨ ਵਾਲੀ ਨੇ ਕੀਲ ਲਿਆ। ਕਹਿਣ ਦਾ ਭਾਵ, ਇੱਕ ਪਾਸੇ ਤਾਂ ਬੱਚਾ ਕਹੇ ਮੈਂ ਵਿਆਹ ਨਹੀਂ ਕਰਾਉਂਦਾ, ਚੱਲਿਆ ਮਹਾਰਾਜ ਦੇ, ਇੱਕ ਪਾਸੇ ਬੇਸਵਾਂ ਦੇ ਫਸ ਗਿਆ ਜਾਲ ਚ। ਇਹ ਪਿਆਰਿਓ, ਜੋ ਸਿੱਖ ਹੈ ਇਹ ਗੁਰੂ ਦੀ ਬਖਸ਼ਿਸ਼ ਨਾਲ ਛੁੱਟਦਾ ਹੈ। ਤੁਸੀਂ ਬੇਨਤੀ ਕਰਿਆ ਕਰੋ, हे ਪੁੱਤਰ ਬਖਸ਼ਿਸ਼ ਲਓ। ਇਹ ਜਿਹੜਾ ਪਾਪ ਹੈ, ਇਹ ਪਾਪ ਕਰਮ ਕੱਟਿਆ ਨਹੀਂ ਜਾਣਾ ਤੇਥੋਂ। ਮਤ ਮੰਦੜੀ ਬਾਸ਼ਨਾ ਕਾਮ ਦੀ ਟੁੱਟਣੀ ਨਹੀਂ ਤੇਥੋਂ। ਸਤਿਗੁਰੂ ਤੋਂ ਬਿਨਾ ਇਹ ਜਿਹੜਾ ਕਾਮ ਬੁੱਧੀ ਹੈ, ਇਹ ਭ੍ਰਿਸ਼ਟ ਬੁੱਧੀ ਹੈ। ਇਹ ਗੁਰੂ ਦੀ ਕਿਰਪਾ ਬਿਨਾ ਨਹੀਂ ਟੁੱਟਦੀ। ਗੁਰ ਸੰਗਤ ਜੀ, ਇਹ ਦਾਸ ਦਾ ਅਰਥ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਉਂਦੀ ਹੈ। ਸਵਾਮੀ ਜੀ ਨੇ ਦੱਸਿਆ ਹੈ,
गुर के चरण जी का निस्तारा। भी हे स्वामी जी आत्मा नूं कहा, मेरे मन नूं मेरी आत्मा दा तृप्त कर। मैं कदे भी इहो जे कर्म ना करा जिहड़ा मैं अपने गुरु तो बेमुख हो जा ते गुरु तो मेरा दिल टुट जे, जां भैड़े कर्म मेरे अगे आ जान, मैनू माया मोह परम पै भूले घेर ना लवे। मेरा नतदारा करते रस्ता करते एक पासा। हे स्वामी मैनू डुबदी बेड़ी तो पार ला दियो महाराज, वाहिगुरु बख्श लो। छोटा जिहा दृष्टांत एक आप दे हिरदे च रखा भी किवें परमात्मा बिना गति नहीं कोई कर सकता। एक समय श्री गुरु नानक बाला मरदाना साहब जगत नूं तारदे हुए घने जंगल दे विच चले गए। आप जी नूं पता ही है समुंदर दा किनारा सी और सुंदर जगह वेख के महाराज दा बह गई। उतों भुख ना कटी गई। स्वामी जी नूं कहंदा महाराज थोड़ी दूर ते सोहणे सोहणे फल लगे है, जे मैं छक लवां। हुण अंतरयामी नूं की भुल है। वो कहंदे मरदानिया भी तू गां ना जा, ते घने जंगल दे विच बहाना बनना सी, महाराज ने तारना सी। जिस वक्त फल खाते घने जंगल दे विच प्रवेश कर गया, अगे एक दैत दे मूहरे खड़ गया। बराट स्वरूप दो को लम्मी दे को जानी मीला च हुंदा है एक को। ते गुरसंगत जी वो दो को दा राक्ष सने मरदाने नूं अंदर ले गया। कोई दंद नहीं बचिया, कृपा ही गुरु नानक देव जी दी। हुण अंतरयामी नूं की भुल हुंदी है। आपां गुरबाणी च भी पढ़दे आ, अंतर की गत तुझ पै सारी तुझ जेवड़ अवर ना कोई। जिस वक्त अंदर गया उन्हें बेनती करी भी गुरु नानक जी थोड़ा मैं सिख हाँ, जे मेरा शरीर इत्थे लग गया दुनिया कहूगी भी गुरु नानक ने पत नहीं रखी। जो उसने हनोरा मारिया फिर जिमें मात गर्भ विच मैं बेनती करी सी गुरसिखा नूं उवें फिर रखिया कर दिया। वाहिगुरू गुरबाणी विच दस्सिया है तिथे तू समर्थ जिथे कोई नाही। भी हे वाहिगुरू उथे उथे रख है जिथे कोई नहीं। जिमें गर्भ है उथे कोई रखिया नहीं कर सकता सी स्वाए महाराज जी तो। महाराज जी ने फिर दसिया है बाणी च भी हे वाहिगुरू जिमें मां दे गर्भ विच परमात्मा तो बिना प्यारे कोई पत रख सकदा,
ਅਗਨ ਹੁੰਦੀ ਹੈ। ਉਵੇਂ ਮਰਦਾਨੇ ਨੇ ਬੇਨਤੀ ਕਰੀ ਵੀ हे ਭਗਵਾਨ, हे ਵਾਹਿਗੁਰੂ, ਜਦ ਉੱਥੇ ਪੱਤ ਤੁਸੀਂ ਰੱਖ ਕੇ ਜਨਮ ਦਿੰਦੇ ਹੋ ਤੇ ਫਿਰ ਮੇਰੀ ਕਿਉਂ ਨਹੀਂ ਪੱਤ ਰੱਖਦੇ? ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਸੂਖਸ਼ਮ ਸਰੂਪ ਧਾਰ ਕੇ ਉਹ ਦੈਤ ਦੇ ਸਰੀਰ ਦੇ ਅੰਦਰ ਪ੍ਰਵੇਸ਼ ਕਰ ਗਏ। ਮਰਦਾਨੇ ਨੂੰ ਮਿਲੇ, ਕਹਿੰਦੇ ਮਰਦਾਨਿਆ ਘਬਰਾ ਨਾ, ਹੁਣ ਅਸੀਂ ਆ ਗਏ। ਮਹਾਰਾਜ ਨੇ 2 ਕੋ ਜੋਜਨ ਸਰੀਰ ਕਰ ਲਿਆ। ਉਹਦਾ ਸਰੀਰ ਫਟਣ ਲੱਗਾ ਦੈਤ ਦਾ। ਉਹਨੇ 4 ਕੋ ਕਰ ਲਿਆ। ਮਹਾਰਾਜ ਨੇ 4 ਕੋ ਹੀ ਕਰ ਲਿਆ। ਉਹਨਾਂ ਨੇ 9 ਜੋਜਨ ਤੱਕ ਕਰ ਲਿਆ। ਗੁਰਸੰਗਤ ਜੀ, ਜੰਗਲ ਦੇ ਜਿੰਨੇ ਵੀ ਪੇੜ ਪੌਦੇ ਸੀ ਸਭ ਡਿੱਗ ਗਏ, ਸਰੀਰ ਪਾਟ ਗਿਆ। ਜਦੋਂ ਉਹਦੀ ਰੂਹ ਜਾਣ ਲੱਗੀ, ਮਰਦਾਨੇ ਨੂੰ ਕੱਢ ਲਿਆ ਬਾਹਰ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪੁੱਛ ਮਰਦਾਨਿਆਂ ਵੀ ਇਹ ਸਰੂਪ ਮਿਲਿਆ ਕਿਵੇਂ? ਗੁਰਸੰਗਤ ਜੀ, ਆਪਾਂ ਭਗਤਾਂ ਦੇ ਸਰਾਪ ਤੋਂ ਡਰਦੇ ਨਹੀਂ ਨਾ। ਆਪਾਂ ਕਹਿੰਦੇ ਆ ਕਿਹੜਾ ਲੱਗ ਚੱਲਾ। ਉਹਨੂੰ ਸੋਚੀ ਸੀ। ਮਰਦਾਨਾ ਜੀ ਜਾਣ ਲੱਗੀ ਰੂਹ ਨੂੰ, ਉਹ ਧੰਨ ਧੰਨ ਗੁਰੂ ਨਾਨਕ ਕਹਿੰਦੀ ਹੋਈ ਚੱਲੀ। ਉਹ ਕਹਿੰਦਾ ਵੀ ਠਹਿਰ ਜੋ ਮਰਦਾਨਾ ਜੀ। ਕਹਿੰਦੇ ਜਦ ਤੈਨੂੰ ਇੰਨੀ ਸੋਝੀ ਸੀ, ਫਿਰ ਤੂੰ ਦੱਸ ਵੀ ਤੂੰ ਏਡਾ ਰਾਖਸ਼ ਕਿਉਂ ਬਣਿਆ? ਉਹ ਕਹਿੰਦਾ ਕਿ ਮੈਂ ਪਿਛਲੇ ਜਨਮ ਵਿੱਚ ਧੰਨ ਧੰਨ ਰਾਜੇ ਜਨਕ ਦਾ ਰਸੋਈਆ ਸੀ। ਉਹਨਾਂ ਨੇ ਮਹਾਂਪੁਰਖਾਂ ਨੂੰ ਭੋਜਨ ਕਰਿਆ। ਮੈਂ ਸੋਚਿਆ ਵੀ ਭੋਜਨ ਪਹਿਲਾਂ ਹੀ ਛਕ ਕੇ ਦੇਖ ਲਾਂ ਵੀ ਠੀਕ ਹੈ ਕਿ ਨਹੀਂ ਠੀਕ। ਉਧਰੋਂ ਗੁਰੂ ਨਾਨਕ ਦੇਵ ਜੀ ਜਿਵੇਂ ਖੜੇ ਆ, ਉਸ ਵਕਤ ਮੇਰੇ ਕੋਲ ਆ ਕੇ ਰਾਜਾ ਜਨਕ ਜੀ ਖੜ ਗਏ। ਉਹ ਕਹਿੰਦੇ ਕੀ ਕਰਦਾ ਹੈ ਲੜਕੇ? ਉਹ ਕਹਿੰਦਾ ਮਹਾਰਾਜ ਜੀ ਮੈਂ ਭੋਜਨ ਖਾਣਾ। ਉਹ ਕਹਿੰਦੇ ਰਿਸ਼ੀਆਂ ਤੋਂ ਪਹਿਲਾਂ ਹੀ ਕਹਿੰਦੇ ਰਾਖਸ਼ ਬੁੱਧੀ ਹੋ ਗਈ, ਤੂੰ ਭ੍ਰਿਸ਼ਟ ਬੁੱਧੀ ਹੋ ਗਿਆ। ਗੁਰਸੰਗਤ ਜੀ ਉਸੇ ਵਕਤ ਉਹਨੂੰ ਸੋਚੀ ਹੋਈ ਵੀ ਮਹਾਂਪੁਰਖਾਂ ਦੇ ਬਚਨ ਤਾਂ ਨਹੀਂ ਟਲਦੇ। ਕਈ ਵਾਰੀ ਮੈਂ ਵੇਖਿਆ ਮਹਾਂਪੁਰਖ ਕਹਿ ਕੇ ਚਾਹੇ ਹਾਸੇ ਪਾ ਲੈਣ ਗੱਲ, ਜੇ ਪੁਰਸ਼ ਨੂੰ ਸ਼ਰਾਪ ਦੇ ਦੇਣ ਉਹ ਟਲਦਾ ਨਹੀਂ ਪਿਆਰਿਓ। ਹੁਣ ਰਾਜਾ ਜਨਕ ਜੀ ਮਹਾਂਪੁਰਖ ਸੀ, ਉਹ ਛੋਟੀ ਜੀ ਵਸਤੂ ਤਾਂ ਨਹੀਂ ਸੀ। ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਗੁਰਸੰਗਤ ਜੀ ਨੇਕਾ ਪਾਪੀ ਤਾਰੇ ਸੀ ਉਹਨਾਂ ਨੇ। ਉਹ ਫਿਰ ਉਹਨਾਂ ਦੇ ਚਰਨੀ ਡਿੱਗ ਗਿਆ। ਉਹ ਕਹਿੰਦਾ ਜੀ ਚਲੋ ਖੈਰ, ਮੈਂ ਤੁਹਾਡੀ ਸੇਵਾ ਕਰੀ ਆ, ਮੈਨੂੰ ਇਹਦਾ ਫਲ ਕਦੋਂ ਮਿਲੂ? ਰਾਖਸ਼ ਤਾਂ ਮੈਂ ਹੁਣ ਬਣੂਗਾ ਹੀ ਬਣੂਗਾ। ਕਹਿੰਦੇ ਫਿਰ ਸ਼੍ਰੀ ਗੁਰੂ ਨਾਨਕ ਜਾਮੇ ਵਿੱਚ ਅਵਤਾਰ ਹੋ, ਕਲਯੁਗ ਵਿੱਚ ਪਹਿਲੇ ਪਾਤਸ਼ਾਹ ਰੂਪ ਹੋ, ਖੁਦ ਕਲਿਆਣ ਕਰਨਗੇ ਤੈਨੂੰ ਮੁਕਤ ਕਰਕੇ ਮੁਕਤੀ ਫਲ ਦੇਣਗੇ। ਕਹਿੰਦੇ ਉਹ ਦੇਖ ਤੇਰੇ ਨਾਲ ਸ਼੍ਰੀ ਗੁਰੂ ਨਾਨਕ ਖੜੇ ਐ, ਉਹ ਮੈਨੂੰ ਹੱਥ ਕਰਕੇ ਮੁਕਤੀ ਦੇ ਰੱਖੀ ਹੈ। ਫਿਰ ਉਹਦੀ ਰੂਹ ਬੇਕੁੰਠ ਨੂੰ ਗਈ। ਫਿਰ ਬਾਣੀ ਚ ਦੱਸਿਆ ਮਹਾਰਾਜ ਜੀ ਨੇ, ਜੇਵੜ ਭਾਵੇ ਤੇਵੜ ਹੋਵੇ। ਤੇਵੜ ਹੋਏ ਜਿਹੜਾ ਅਰਥ ਹੈ
ਮਹਾਰਾਜ ਜੀ ਦੱਸਦੇ ਆ ਵੀ ਜਿਵੇਂ ਤੈਨੂੰ ਭਾਉਂਦਾ ਉਵੇਂ ਰੱਖ ਸਵਾਮੀ, ਵੀ ਮਾਇਆ ਨਾ ਪੈਣ ਦੇ ਸਿੱਖਾਂ ਤੇ ਸੇਵਕਾਂ ਤੇ ਪੂਰੀ ਪੱਤ ਰੱਖ ਸਵਾਮੀ। ਜਿਵੇਂ ਮਹਾਰਾਜ ਜੀ ਨੇ ਦੱਸਿਆ, ਮੈਂ ਫੇਰ ਬਾਣੀ ਸ਼ੁੱਧ ਕਰਕੇ ਪੜਾਂ, ਜੇਵੜ ਭਾਵੇ, ਵੀ ਜਿੱਦਾਂ ਤੈਨੂੰ ਭਾਉਂਦਾ ਚਰਨੀ ਲਾ ਕੇ ਰੱਖ, ਮੈਨੂੰ ਕੁਝ ਨਹੀਂ ਚਾਹੀਦਾ, ਨਾ ਧਨ ਨਾ ਰਾਜ ਨਾ ਭਾਗ ਨਾ ਐਸ਼ੋ ਆਰਾਮ, ਸਿਰਫ ਸਵਾਮੀ ਜੀ ਤੁਸੀਂ ਦਲਗੀਰ ਨਾ ਹੋ ਜਾਓ। ਇਹੀ ਡਰ ਲੱਗਿਆ ਰਹਿੰਦਾ ਗੁਰੂ ਦਾ, ਜੇ ਸੀਸ ਤੋਂ ਮਿਹਰ ਭਰਿਆ ਹੱਥ ਚੱਕਿਆ ਜਾਵੇ, ਗੁਰ ਸੰਗਤ ਜੀ ਉਹ ਵਿਅਕਤੀ ਖਤਮ ਹੈ। ਫੇਰ ਦੱਸਿਆ ਮਹਾਰਾਜ ਜੀ ਨੇ, ਤੇਵੜ ਹੋਏ ਉਵੇਂ ਜਿਵੇਂ ਹੁੰਦਾ, ਜਿਵੇਂ ਮਹਾਰਾਜ ਜੀ ਚਾਹੁੰਦੇ ਨੇ। ਮਹਾਰਾਜ ਜੀ ਨੇ ਜੇ ਸ਼ਰਾਪ ਦੇਤਾ ਉਵੇਂ ਹੀ ਹੋਇਆ। ਨਾਨਕ ਜਾਣੇ ਸਾਚਾ ਸੋਏ, ਗੁਰੂ ਨਾਨਕ ਜੀ ਜਾਣਦੇ ਆ ਸੱਚ ਕੀ ਹੈ, ਉਵੇਂ ਹੀ ਹੁੰਦਾ ਹੈ। ਇਹ ਪਿਆਰਿਓ, ਆਪਾਂ ਮਨ ਨਾ ਸਤਾਇਆ ਕਰੋ। ਮਨ ਸਤਾਉਣ ਨਾਲ ਭਗਤਾਂ ਦੀ ਸ਼ਰਾਪੇ ਜਾਂਦੇ ਆ। ਗੁਰ ਸੰਗਤ ਜੀ ਇਹ ਪੱਥਰ ਤੇ ਲਕੀਰ ਹੈ, ਉਹਨਾਂ ਦੇ ਸ਼ਰਾਪੇ ਬਖਸ਼ੇ ਨਹੀਂ ਜਾਂਦੇ। ਗੁਰੂ ਨਾਨਕ ਦੀ ਬਾਣੀ ਫਰਮਾਉਂਦੀ ਹੈ, ਪੰਚਮ ਪਾਤਸ਼ਾਹ ਦੱਸਦੇ ਹੈ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਵੀ हे ਸਵਾਮੀ ਤੇਰੇ ਚਰਨਾਂ ਵਿੱਚ ਆਣ ਕੇ ਕੋਡੇ ਰਾਖਸ਼ ਵਰਗੇ ਤਰ ਗਏ, ਦੈਂਤ ਵਰਗੇ ਤਰ ਗਏ, ਮਲਕ ਭਾਗੋਂ ਵਰਗੇ ਤਰ ਗਏ। ਸਵਾਮੀ ਜੀ ਤੁਹਾਡੀ ਸ਼ਰਨ ਚਰਨ ਵਿੱਚ ਆਉਣਾ ਚਾਹੁੰਦਾ, ਵੀ ਕਿਰਪਾ ਕਰਕੇ ਚਰਨੀ ਲਾਈ ਰੱਖੋ, ਚਰਨਾਂ ਤੋਂ ਦੂਰ ਨਾ ਕਰੋ। ਜੇ ਮੈਂ ਚਰਨਾਂ ਤੋਂ ਦੂਰ ਹੋ ਗਿਆ, हे ਮਹਾਰਾਜ ਜ਼ਿੰਦਗੀ ਦੇ ਵਿੱਚ ਰਾਜ ਮਿਲ ਜੂ, ਸੁੱਖ ਮਿਲ ਜੂ, ਬਾਲਕ ਮਿਲ ਜਾਣਗੇ, ਲੇਕਿਨ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਮਿਲਣਾ ਮੁਸ਼ਕਲ ਹੈ। ਐਸੀ ਮਹਾਰਾਜ ਵਾਹਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਫਰਮਾ ਰਹੇ ਹਨ। ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਮਹਾਰਾਜ ਜੀ ਦੱਸਦੇ ਹੈ, ਸਮੁੰਦ ਸਾਗਰ, ਜਿਵੇਂ ਆਪਾਂ ਹੁਣ ਸਮੁੰਦਰ ਦੀ ਤਰ੍ਹਾਂ ਹੈ, ਇਹ ਸੰਸਾਰ ਸਮੁੰਦਰ ਹੈ। ਜਿਵੇਂ ਮਾਤ ਲੋਕ ਹੈ, ਇਹਦੇ ਵਿੱਚ ਦੇਖੋ ਕਿੰਨੇ ਸਮੁੰਦਰ ਹੈ, ਅਨੇਕ ਸਮੁੰਦਰ ਹੈ। ਇਹ ਭਾਰਤ ਖੰਡ ਹੈ ਜਿੱਥੇ ਤੁਸੀਂ ਬੈਠੇ ਹੋ, ਇਹਦੇ ਆਸੇ ਪਾਸੇ ਵੀ 3-4 ਸਮੁੰਦਰ ਹੈ। ਮਹਾਰਾਜ ਜੀ ਕਹਿੰਦੇ ਇਹ ਮਾਤ ਲੋਕ ਦੇ ਸਮੁੰਦਰ ਹੈ, ਇਹ ਵੀ ਬੇੜੀ ਬਿਨਾ ਪਾਰ ਨਹੀਂ ਹੁੰਦੇ। ਪਿਆਰਿਓ, ਆਪਾਂ ਨੂੰ ਵੀ ਬੇੜੀ ਬਣਾਉਣੀ ਪਊ। ਉਹਨੂੰ ਲੱਕੜ ਦੀ ਬੇੜੀ ਦੀ ਲੋੜ ਹੈ, ਆਪਾਂ ਨੂੰ ਨਾਮ ਸਿਮਰਨ ਸੇਵਾ ਭਗਤੀ ਦੀ ਲੋੜ ਹੈ, ਭਗਤੀ ਦੀ। ਇਹ ਬੇੜੀ ਬਣਾਉਣੀ ਪਊ। ਪਿਆਰਿਓ, ਜਿੰਨੀ ਦੇਰ ਤੁਸੀਂ ਬੇੜੀ ਨਹੀਂ ਨਾ ਬਣਾਉਂਦੇ, ਉਨੀ ਦੇਰ ਪਾਪ ਸਿੰਧ ਸਾਗਰ ਤੋਂ ਪਾਰ ਨਹੀਂ ਹੋ ਸਕਦੀ। ਇਹ ਪਾਪ ਸਿੰਧ ਸਾਗਰ ਹੈ। ਗੁਰ ਸੰਗਤ ਜੀ
ਉਹਨੂੰ ਜਹਾਜ਼ ਉਡਾ ਕੇ ਭਵ ਸਾਗਰ ਪਾਰ ਕਰ ਦਿੰਦਾ ਨਾ। ਇਹ ਨਾਮ ਦਾ ਵੀ ਜਹਾਜ਼ ਹੈ। ਜਿਹੜੀ ਸੁਰਤ ਹੈ, ਜਿਹੜੀ ਪ੍ਰਮਾਤਮਾ ਨੇ ਦਿੱਤੀ ਹੈ ਪ੍ਰੈਕਟੀਕਲ, ਮੈਂ ਉਹਦੀ ਬੇਨਤੀ ਕਰਾਂ, ਸੁਰਤ ਨਾਲ ਪੁਰਸ਼ ਕਿੰਨੀ ਦੂਰ ਚਲੇ ਜਾਂਦਾ ਹੈ। ਕਈ ਦੁਨੀਆ ਗੁਰਮੁਖ ਪਿਆਰੇ ਆਪਣੇ ਕੈਨੇਡਾ ਨੂੰ, ਅਮਰੀਕਾ ਨੂੰ ਛੱਡ ਕੇ ਇੱਥੇ ਆਉਂਦੇ ਨੇ। ਉਹਨਾਂ ਦਾ ਮਨ ਘਰੇ ਚਲੇ ਜਾਂਦਾ ਮਿੰਟੋ ਮਿੰਟੀ, ਇੱਕ ਪਲ ਵੀ ਨਹੀਂ ਲੱਗਦਾ ਉਹ ਘਰੇ ਚਲੇ ਜਾਂਦੇ ਅਮਰੀਕਾ। ਉਹ ਜਹਾਜ਼ ਨਾਲੋਂ ਵੀ ਜ਼ਿਆਦਾ ਸਪੀਡ ਹੈ। ਜਿਹੜੇ ਉੱਤੋਂ ਆਉਂਦੇ ਨੇ, ਇਹ ਦੱਸਿਆ ਜਿਹੜੇ ਇੱਥੋਂ ਜਾਂਦੇ ਇੰਡੀਆ ਤੋਂ, ਉਹਨਾਂ ਦਾ ਮਨ ਵੀ 1 ਮਿੰਟ ਸਕਿੰਟ ਚ ਪਹੁੰਚ ਜਾਂਦਾ ਹੈ। ਗੁਰ ਸੰਗਤ ਜੀ, ਜਿਹੜੀ ਪ੍ਰਮਾਤਮਾ ਨੇ ਸੋਚੀ ਦਿੱਤੀ ਹੈ, ਉਹ ਤੁਹਾਡੇ ਦੁਨੀਆ ਦੇ ਜਹਾਜ਼ ਨਾਲੋਂ ਉੱਚੀ ਹੈ। ਹਜੇ 1 ਸਕਿੰਟ ਚ ਤੁਹਾਨੂੰ ਕਿਹੜਾ ਜਹਾਜ਼ ਆ 1 ਪਲ ਚ ਜਿਹੜਾ ਪਹੁੰਚਾ ਦੋ? ਇੱਕ ਮਨ ਦਾ ਜਹਾਜ਼ ਆ ਜਿਹੜਾ ਪਹੁੰਚਾ ਦੋ। ਇਹ ਪਿਆਰਿਓ, ਇਹ ਮਨ ਹੀ ਇੱਕ ਚਲਾਏਮਾਨ ਹੈ, ਜਿਹੜਾ ਆਪਣੇ ਤੋਂ ਭੈੜੇ ਕਰਮ ਕਰਾਉਂਦਾ, ਸੱਚੇ ਪਾਤਸ਼ਾਹ ਤੋਂ ਤੋੜਦਾ, ਨਾਮ ਨਹੀਂ ਜਪਣ ਦਿੰਦਾ, ਇਹ ਅੰਮ੍ਰਿਤ ਵੇਲੇ ਉੱਠਣ ਨਹੀਂ ਦਿੰਦਾ, ਬਿਰਤੀ ਕਲਜੁਗ ਨਾਲ ਜੋੜੀ ਰੱਖਦਾ, ਤੇ ਪਾਪ ਧਨ ਦੌਲਤ ਜਿਹੜੀ ਇਕੱਠੀ ਕਰਨ ਵਾਸਤੇ ਪਾਪ ਦੀ ਪੰਡ ਉਹ ਚਾਹੁੰਦਾ ਹੈ ਵੀ ਪਾਪ ਦੀ ਕਮਾਈ ਇਕੱਠੀ ਹੋ ਜੀ। ਗੁਰ ਸੰਗਤ ਜੀ, ਮੈਂ ਬੇਨਤੀ ਕਰਦਾ ਹਾਂ, ਅੱਗੇ ਵੀ ਬੇਨਤੀ ਕੀਤੀ ਸੀ, ਚਲੋ ਮੇਰਾ ਬੇਨਤੀ ਕਰਨਾ ਫਰਜ਼ ਹੈ ਵੀ ਦੂਰ ਤੱਕ ਮੈਸੇਜ ਜਾਏ। ਜਿਨ੍ਹਾਂ ਦੀਆਂ ਧੀਆਂ ਪੁੱਤਰ ਮਾਤਾ ਪਿਤਾ ਭੈਣ ਭਰਾ ਪਾਪ ਦੀ ਦੌਲਤ ਇਕੱਠੀ ਕਰਦੇ ਆ ਨਾ, ਉਹਨਾਂ ਨੂੰ ਘਰੇ ਜਾ ਕੇ ਬੇਨਤੀ ਕਰੋ ਵੀ ਤੁਸੀਂ ਜ਼ਿਆਦਾ ਦਿਨ ਦੇ ਪ੍ਰਾਹੁਣੇ ਨਹੀਂ। ਇਹ ਜ਼ਿਆਦਾ ਜਿਹੜੀ ਪਾਪ ਦੀ ਦੌਲਤ ਹੈ, ਇਹ ਤੁਹਾਡੀ ਬੁੱਧੀ ਭ੍ਰਿਸ਼ਟ ਕਰੂ, ਮੱਤ ਮਾਰੂ, ਹੰਕਾਰ ਪੈਦਾ ਕਰੂ ਤੁਹਾਡੇ ਅੰਦਰ। ਇਹ ਪਿਆਰਿਓ, ਪਾਪ ਦੀ ਕਮਾਈ ਤੇ ਦਸਾਂ ਨੂੰਆਂ ਦੀ ਕਮਾਈ 'ਚ ਅੰਤਰ ਬਹੁਤ ਹੈ। ਦਸਾਂ ਨੂੰਆਂ ਦੀ ਕਮਾਈ ਕੀਤੀ ਹੋਈ ਆਨੰਦ ਲੈ ਕੇ ਆਓ, ਸਕੂਨ ਲੈ ਕੇ ਆਓ, ਪਿਆਰ ਲੈ ਕੇ ਆਓ ਤੁਹਾਡੇ ਘਰੇ, ਸੁੱਖ ਸ਼ਾਂਤੀ ਲੈ ਕੇ ਆਓ ਤੁਹਾਡੇ ਘਰੇ। ਕੀਤੀ ਹੋਈ ਪਾਪ ਦੀ ਪੰਡ ਇਕੱਠੀ ਕੌਰੂ ਬਾਦਸ਼ਾਹ ਨੇ ਦੇਖੋ ਸਪਸ਼ਟੀਕਰਨ ਦਿੱਤਾ। ਇਹ ਜਿਹੜੀਆਂ ਕਥਾਵਾਂ ਕਹਾਣੀਆਂ ਐਵੇਂ ਨਹੀਂ ਬਣੀਆਂ। ਕੋਰੂ ਗੰਜ ਜੋੜ ਲੈ 40 ਸੰਗ ਸੋਈ ਨਹੀਂ ਜਾਣੀ। ਕੋਰੂ ਜਿੰਨੇ ਬਾਦਸ਼ਾਹ, ਜਿੰਨੇ ਨਾ ਕਿਸੇ ਦਾ ਮਾਂ, ਨਾ ਕਿਸੇ ਦੀ ਧੀ, ਨਾ ਕਿਸੇ ਦਾ ਪੁੱਤ ਪੈਸੇ ਨਹੀਂ ਜੋੜ ਸਕਦਾ। ਪਰ ਪਿਆਰਿਓ, ਸੰਗ ਸੂਈ ਨਹੀਂ ਜਾਣੀ। ਪਰ ਚੇਤੇ ਰੱਖਿਓ, ਜਿਹੜੀ ਚੀਜ਼ ਨੇ ਜਾਣਾ ਉਹਨੂੰ ਤੁਸੀਂ ਦਿਲੋਂ ਭੁਲਾਈ ਬੈਠੇ ਹੋ। ਜਿਹੜਾ ਸਵਾਸ ਗੁਰੂ ਦੇ ਚਰਨ ਵਿੱਚ ਅੱਜ ਲੰਘ ਗਿਆ, ਉਹ ਵਾਪਸ ਨਹੀਂ ਆਉਣਾ। ਜੋ ਤੁਸੀਂ ਸਤ ਸੰਗ ਅੱਜ ਕਰ ਲਿਆ, ਉਹ ਸਤ ਸੰਗ ਤੁਹਾਡਾ ਸਫਲ ਹੋ ਗਿਆ। ਉਹ ਰੌਣ
ਉਹਨੇ ਵੀ ਕਿਹਾ ਸੀ ਵਿਦਵਾਨ ਸੀ, ਚਾਰ ਵੇਦਾਂ ਦਾ ਬਾਦਸ਼ਾਹ ਸੀ। ਉਹ ਕਹਿੰਦੇ ਕਰ ਲਿਆ ਸੋ ਕਾਮ, ਜਪ ਲਿਆ ਸੋ ਨਾਮ। ਇਹ ਪਿਆਰਿਓ ਭਗਤ ਜਨੋ, ਜਿਹੜਾ ਤੁਸੀਂ ਸੋਚਦੇ ਹੋ ਨਾ ਕੋਈ ਨਹੀਂ ਗੁਰੂ ਦਾ ਕੀ ਆ, ਜਦੋਂ ਮਰਜੀ ਰੁੱਸਿਆ ਮਨਾ ਲਈਏ, ਨਹੀਂ ਪਿਆਰਿਓ, ਜਿਹੜੀ ਅੱਜ ਘੜੀ ਲੰਘੀ ਉਹ ਕੱਲ ਨਹੀਂ ਆਉਣੀ। ਇਹ ਕੀਮਤੀ ਵਕਤ, ਇਹ ਕੀਮਤੀ ਸਤ ਸੰਗ, ਇਹ ਕੀਮਤੀ ਗੁਰੂ ਦੀ ਸੇਵਾ, ਗੁਰ ਸੰਗਤ ਦੀ ਇੱਕ ਘੜੀ ਦਾ ਵੀ ਘਾਟਾ ਜੁਗਾਂ ਦੇ ਸਮਾਨ ਹੈ, ਜੁਗਾਂ ਦੇ। ਕਿਉਂਕਿ ਉਮਰ ਬਹੁਤ ਥੋੜੀ ਹੈ, ਜਿਹੜੀ ਕਲਯੁਗ ਦੀ ਉਮਰ ਹੈ ਨਾ ਪੁਰਸ਼ ਨੂੰ ਦਿੱਤੀ, ਉਹ ਬੜੀ ਗਿਣਤੀ ਦੇ ਦਿਨ ਹੈ, ਗਿਣਤੀ ਦੇ। ਆ ਮੁੰਡੇ ਪੜ੍ਹੇ ਲਿਖੇ ਹੈ, ਮੈਂ ਇਹਨਾਂ ਦਾ ਹੀ ਕੁਐਸਚਨ ਪੁੱਟ ਕਰਦਾ, 365 ਦਿਨ ਆ ਵੀ ਬੱਚਿਓ ਇੱਕ ਸਾਲ ਦੇ ਅੰਦਰ। ਜੇ 10 ਸਾਲ ਦੇ ਵਿੱਚ ਹੋਣ ਤਾਂ ਕਿੰਨੇ ਲੱਗੇ? 3650 ਦੱਸੇ ਆ ਸੁਖਦੇਵ ਸਿੰਘ ਹੋਰਾਂ ਨੇ। ਤੇ ਜੇ ਤੁਹਾਨੂੰ ਫਰਜ਼ ਕਰਕੇ ਜਿਹੜੀ ਆਪਣੀ ਰੁਟੀਨ ਹੈ ਮੌਤ ਦੀ, ਉਹ 60-65 ਦੀ ਹੈ ਵੱਧ ਤੋਂ ਵੱਧ, ਤੇ ਤੁਹਾਨੂੰ ਦਿਨ ਕਿੰਨੇ ਮਿਲੇ? ਗੁਰਸੰਗਤ ਜੀ ਜਿੰਨੀ ਆਪਾਂ ਠੱਗੀ, ਫਰੇਬ, ਝੂਠ, ਤੂਫਾਨ ਕਰਮ ਕਰਦੇ ਆ, ਇਹ ਚੰਦ ਦਿਨ ਦਾ ਖੇਡਾ ਹੈ, ਚੰਦ ਦਿਨ ਦਾ ਖੇਡਾ, ਜੋ ਮਰਜੀ ਖੇਡ ਲਾ, ਪਰ ਜਿਹੜੀ ਭੁਗਤਣੀ ਪੈਣੀ ਆ ਉਹ ਬਹੁਤ ਵੱਡੀ ਆ। ਕਿੱਡੇ ਕਿੱਡੇ 42 ਲੱਖ ਜੁਨੀ ਧਰਤੀ ਚ, 42 ਲੱਖ ਜੁਨੀ ਮਾਤ ਲੋਕ ਤੇ ਆ, 84 ਲੱਖ ਜੁਨੀ ਦੀ ਉਮਰ ਬਹੁਤ ਵੱਡੀ ਆ। ਇਹ ਮਾਨਸ ਜਨਮ ਦੀ ਬਹੁਤ ਛੋਟੀ ਆ। ਜੇ ਬਖਸ਼ਿਆ ਜਾਂਦਾ ਤਾਂ ਬਖਸ਼ਿਆ ਜਾ, ਲੜ ਲੱਗ ਜਾ ਸਤਿਗੁਰ ਦੇ, ਕਿਉਂਕਿ ਸਤਿਗੁਰ ਦੇ ਲੜ ਲੱਗੇ ਬਿਨਾਂ ਤੈਨੂੰ ਗਿਆਨ ਨਹੀਂ ਆਉਣਾ, ਤੈਨੂੰ ਪਤਾ ਨਹੀਂ ਲੱਗਣਾ ਇੱਕ ਇੱਕ ਸਵਾਸ ਦਾ ਮੁੱਲ ਕੀ ਆ। ਜਿਹੜੀ ਆਪਾਂ ਸੋਚਦੇ ਆ ਦਾ ਮੁੱਲ ਕੀ ਆ। ਇੱਕ ਘੜੀ, ਆਧੀ ਘੜੀ ਵੀ ਨਾਮ ਤੋਂ ਨਾ ਵਿਸਰੇ। ਫਿਰ ਸਵਾਮੀ ਜੀ ਨੇ ਦੱਸਿਆ ਹੈ, ਸਮੁੰਦ ਸਾਗਰ ਜਿਨ ਖਿਨ में तारा। ये वाहिगुरु खिन खिन मैंने एक पल, एक छिन, ਜਿਹੜੀ ਬੇਨਤੀ ਦਾਸ ਦੀ ਕੀਤੀ ਹੈ ਤੁਹਾਡੇ ਚਰਨਾਂ 'ਚ, ਇੱਕ ਪਲ, ਇੱਕ ਛਿਨ ਵੀ ਬੜਾ ਮਹਿੰਗਾ ਹੈ। ਜਿਹੜਾ ਗੁਰੂ ਸੇਵਾ ਕਰਾਉਂਦੇ ਆ ਨਾ, ਚਾਹੇ ਆਪਾਂ ਨੂੰ ਮਾਨ ਦੇ ਕੇ, ਪਿਆਰ ਦੇ ਕੇ, ਧੱਕੇ ਨਾਲ ਸੇਵਾ ਕਰਾਉਣ, ਇਹ ਗੁਰੂ ਦਾ ਦੇਣ ਨਹੀਂ ਤੁਸੀਂ ਦੇ ਸਕਦੇ। ਇਹ ਪਿਆਰਿਓ, ਮਹਾਰਾਜ ਕਹਿੰਦੇ ਇੱਕ ਪਲ, ਇੱਕ ਛਿਨ ਵੀ ਗੁਰੂ ਦੇ ਚਰਨਾਂ ਵਿੱਚ ਲਾ, ਉਹ ਤੇਰਾ ਬਖਸ਼ਿਆ ਜਾਊ। ਪਰ ਇਹ ਯੁੱਗ ਐਸਾ ਯੁੱਗ ਚੱਲ ਰਿਹਾ ਭਿਅੰਕਰ, ਇਹਦੇ ਵਿੱਚ ਦੋ ਬਚਨਾਂ ਤੋਂ ਬਚਣਾ ਆਪਾਂ, ਜਿਹੜਾ ਕਿ ਸਭ ਤੋਂ ਵੱਡਾ ਬਚਨ ਹੈ। ਇੱਕ ਨਗੁਰਾ ਨਾ ਰਵੇ, ਇੱਕ ਗੁਰੂ ਦੀ ਜਿਹੜੀ ਮਹਿਮਾ, ਜਸ਼ ਤੇ ਚਰਨਾਂ ਤੋਂ ਨਾ ਟੁੱਟੇ। ਇਹ ਦੋ ਬਚਨਾਂ ਤੋਂ ਗੁਰਸੰਗਤ ਜੀ ਪੁਰਸ਼ ਨੂੰ ਬਿਨਸਣਾ ਨਹੀਂ ਚਾਹੀਦਾ, ਫਿਰ ਆਪੇ ਗੁਰੂ ਪਤ ਰੱਖੇਗਾ। ਸਵਾਮੀ ਜੀ ਨੇ ਦੱਸਿਆ ਹੈ, ਖਿਨ ਮੇ ਤਾਰਾ, ਇੱਕ ਪਲ, ਇੱਕ ਛਿਨ ਚ ਤਾਰ ਦੇਣਗੇ ਕਾਲ ਪੁਰਖ। ਵਾਹਿਗੁਰੂ ਤੂੰ ਉਹਨਾਂ ਦੇ ਚਰਨੀ ਤਾਂ ਲੰਘ। ਇਹ ਪਿਆਰਿਓ ਬਖਸ਼ਿੰਦ ਹੈ,
ਦੇਖੋ ਰਾਜਾ ਜਨਕ ਜੀ ਬਖਸ਼ਿੰਦ ਸੀ, ਉਹਨਾਂ ਨੇ ਇੱਕ ਸਕਿੰਟ ਚ ਬਖਸ਼ਿੰਦ ਦਿੱਤਾ। ਇਹ ਪਿਆਰਿਓ, ਜੇ ਕੋਈ ਗੁਰੂ ਤੋਂ ਬਿਨਸਦਾ ਨਾ ਜਾਂ ਭੈੜੇ ਕਰਮ ਕਰਦਾ ਹੈ, ਉਹਨੂੰ ਬਖਸ਼ਾ ਦੋ, ਉਹ ਬਖਸ਼ਿਆ ਜਾਏ ਤਰਜੇਗਾ। ਜੇ ਉਹ ਬਖਸ਼ਿਆ ਨਾ ਗਿਆ, ਗੁਰੂ ਨੇ ਨਾ ਬਖਸ਼ਿਆ, ਇਹ ਤੁਹਾਡੀ ਬਹੁਤ ਵੱਡੀ ਭੁੱਲ ਹੋਊਗੀ। ਉਹਨੂੰ ਬਖਸ਼ਣ ਵਾਲਾ ਕੋਈ ਯੁੱਗ ਵਿੱਚ ਪ੍ਰਾਪਤ ਨਹੀਂ ਹੋਊਗਾ। ਕਿਸੇ ਵੇਲੇ ਜਿਵੇਂ ਆਪਣੇ ਗੁਰੂ ਨਾਨਕ ਹੈ, ਆਪਣੇ 10 ਗੁਰੂ ਹੈ, ਗੁਰੂ ਗ੍ਰੰਥ ਸਾਹਿਬ 11ਵੇਂ ਗੁਰੂ ਹੈ, ਐਡੇ ਪਾਤਸ਼ਾਹ ਦੀ ਚਰਨੀ ਲੱਗ ਕੇ ਜੇ ਕੋਈ ਟੁੱਟ ਜੇ, ਗੁਰਸੰਗਤ ਜੀ ਮਹਾਨ ਸਤਿਗੁਰ ਦਾ ਟੁੱਟਿਆ। ਸਵਾਮੀ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਪਕੰਬਰਾਂ ਦੀ ਓਲੀਆਂ ਦੀ ਨਜ਼ਰ ਬਦਲ ਜੇ ਤੇ ਕਾਫਰ ਹੋ ਜੇ। ਹੇ ਪਿਆਰਿਓ, ਉਹ ਪੁਰਸ਼ ਨੂੰ ਤਾਰਨ ਵਾਲਾ ਧਰਤੀ ਤੇ ਤਾਂ ਕੀ ਕਈ ਯੁੱਗ ਵੀ ਬੀਤ ਜਾਣ, ਬਹੁਤ ਮੁਸ਼ਕਲ ਨਾਲ ਕੋਈ ਗਿਆਵਾਨ ਮਹਾਂਪੁਰਖ ਪ੍ਰਾਪਤ ਹੁੰਦੇ ਹੈ। ਐਸੇ ਮਹਾਰਾਜ ਪੰਚਮ ਸਤਿਗੁਰੂ ਫਰਮਾ ਰਹੇ ਹਨ। ਰਹਾਉ ਕੋਈ ਹੋਆ ਕਰਮ ਰਤ, ਕੋਈ ਤੀਰਥ ਮਾਇਆ, ਦਾਸੀ ਹਰ ਕਾ ਨਾਮ ਧਿਆਇਆ। ਮਹਾਰਾਜ ਜੀ ਨੇ ਦੱਸਿਆ ਹੈ, ਕੋਈ ਹੋਆ ਕਰਮ ਰਤ, ਜਿਹੜਾ ਕਰਮ ਕਾਂਡਾਂ ਦੇ ਵਿੱਚ ਹੈ। ਗੁਰਸੰਗਤ ਜੀ, ਵਾਹਿਗੁਰੂ ਦੇ ਪਿਆਰਿਓ, ਜਿਵੇਂ ਤੁਸੀਂ ਕਹਿੰਦੇ ਹੋ ਨਾ, ਤੇਰੇ ਇਹ ਪਾਪ ਕਰੀ ਹੈ, ਤੇਰੇ ਮਾੜੇ ਕਰਮ ਹੈ। ਗੁਰੂ ਨਾਨਕ ਦੇ ਘਰ ਆਇਆ, ਗੁਰੂ ਨਾਨਕ ਦੇ ਦਰਬਾਰ ਆਇਆ, ਕੋਈ ਮਾੜੇ ਕਰਮ ਨਹੀਂ ਰਹਿੰਦੇ। ਸਾਰੇ ਭਿਅੰਕਰ ਕਰਮ ਸਾਰੇ ਟੁੱਟ ਜਾਂਦੇ ਨੇ। ਚਰਨੀ ਲੱਗੋ, ਅੰਮ੍ਰਿਤ ਦੀ ਦਾਤ ਲਓ, ਦੇਖੋ ਫਿਰ ਮਹਾਰਾਜ ਤੁਹਾਡੇ ਤੇ ਕਿੱਡੀ ਦਇਆ ਕਰਨਗੇ। ਜਿਹੜੇ ਵਹਿਮਾਂ ਭਰਮਾਂ ਦੇ ਵਿੱਚ ਤੁਹਾਨੂੰ ਪਾਉਂਦੇ ਨੇ ਜਾਂ ਤੁਹਾਨੂੰ ਲੁੱਟਦੇ ਨੇ, ਬਚੋ ਮੇਰੇ ਪਿਆਰੀ ਗੁਰਸੰਗਤ ਜੀ, ਬਚੋ। ਕਰਮ ਨਹੀਂ, ਇਹ ਜਿਹੜੀ ਤਕਦੀਰ ਹੈ ਕਿੱਥੇ ਕਿੱਥੇ ਆਪ ਜੀ ਦੇ ਚਰਨਾਂ 'ਚ ਬੇਨਤੀ ਖੁੱਲ ਕੇ ਕਰ ਦਿੰਦਾ। 3 ਜਗ੍ਹਾ ਤਕਦੀਰ ਹੈ, ਇੱਕ ਮਸਤਕ ਵਿੱਚ, ਇੱਕ ਹੱਥਾਂ ਵਿੱਚ, ਇੱਕ ਚਰਨਾਂ ਵਿੱਚ। ਕਰਦੀ ਕਿਹੜੀ ਕਿਹੜੀ ਆ ਤਕਦੀਰ ਫੈਸਲੇ? ਮਸਤਕ ਦੀ ਤਕਦੀਰ ਜਦੋਂ ਪੂਰਨ ਫਕੀਰ ਦੇ ਚਰਨੀ ਡਿੱਗਦੇ ਆਪਾਂ, ਜਿਵੇਂ ਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਡਿੱਗਦੇ ਆ, ਜਿਹੜੇ ਮਾੜੇ ਲੇਖ ਨੇ, ਮਾੜੀ ਤਕਦੀਰ ਹੈ, ਇਹ ਬਦਲ ਜਾਂਦੀ ਹੈ ਪਿਆਰਿਓ, ਤੇ ਮਾੜੇ ਲੇਖ ਬਦਲ ਜਾਂਦੇ ਹੈ। ਗੁਰਸੰਗਤ ਜੀ, ਮਾੜੇ ਲੇਖ ਤਾਂ ਬਦਲੇ ਜਾਣਗੇ। ਜਿਵੇਂ ਗੌਤਮ ਰਿਖੀ ਨੇ ਮੈਂ ਦੱਸਿਆ ਕਿ ਨਾ, ਹੱਲਿਆ ਨੂੰ ਸ਼ਰਾਪ ਦੇਤਾ ਸੀ। ਸਿਰਫ ਉਸ ਗੱਲ ਤੋਂ ਬਚਿਓ ਵੀ ਕਿਤੇ ਸ਼ਰਾਪੇ ਨਾ ਜਾਈਏ।
बाकी महाराज दी वाहिगुरु दी एडी किरपा हो थोते भी श्री गुरु ग्रंथ साहब दे चरनी डिग के थोड़े लेख बदले जाणगे। जेड़े हत्थां दे लेख है किद्दां बदले जाणगे? तुसी गुरसंगत दी सेवा करो, बर्तन मांजो, गुरसंगत नूं भोजन छकाओ। गुरसंगत जी अच्छे कर्म करना गुरु दी होऊ एडी मेहर तुहाडे हत्थां दे लेख बदले जाणगे। जेड़े तुहाडे चरनां दे लेख है वो किद्दां बदले जाणगे? जिवें तुसीं अज दूरों दूरों चल के आए हो, एक एक कदम दरगाह दे विच तुहाडा लिखिया गया, वो दरगाह दे विच मंजूर हो गया वाहिगुरू दे। एक एक पैर धरिया होया वो गुरु दी किरपा तो बिना एक कदम भी वाहिगुरू दी किरपा बिना वाहिगुरू दे दर वाल टप्पिया नहीं आता। यह है लेखा की गल। गुरसंगत जी जेड़े पंडितवादी ब्राह्मणवादी सानू लेखा की परिभाषा ही होर दसदे है, ग्रह दसदे है। जिन ग्रहां दे नाल पढ़ के एक तां वहम दे शिकार होने आ, एक वो लेख परमात्मा दे लिखे जे एक ब्राह्मणवादी पढ़ लवे फिर वो अपनी ना पढ़ लवे। गुरसंगत जी बचो, किसी का माड़ा करन तो भी बचो, टूने वहमां दे भरमां दे शिकार ना हो। अते जेकर लेख बदलने ने तां महाराज ने बदलने। उत्ते बाणी च भी दस्सिया आपां नूं, लेख ना मिटे हे सखी जो लिखिया करतार। जो वाहिगुरू दा लिखिया है वो प्यारियों मिटदा नहीं। केड़े मिटदे ने? जिवें राजे नूं दस्सिया सी भी मोर दे अखर पुठे ने, जे शाही अते कागज लग जे सिद्धे हो जाते हैं। ये प्यारिओ साडी भी मंदी तकदीर जे सतगुरु दी चरण धूड़ ते गुरु ग्रंथ साहब दे चरनी हथ ला लवे, पैरां नूं मत्था टेक लवे तां तकदीर सिद्धी हुंदी है। गुरु संगत जी आ तुहाडे विच ही बैठे ने सारे। देसां प्रदेसां विच भी मैसेज दिना, जेड़ा गुरु नाल पंज जोड़ू ओनू इस लोक विच भी सुख मिलू, दरगाह विच भी सुख मिलू। सत श्री अकाल, सत श्री अकाल, सत श्री अकाल, सत श्री अकाल, सत श्री अकाल। इहनूं कहंदे आ सिख पंथ, इहनूं कहंदे आ गुरु ग्रंथ साहब दा सिख, जेड़ा अपने पंथ नूं वधाउण दी कोशिश करे। जेड़ा पंथ नहीं, पंथ आ
ਜਿਹੜਾ ਸਿੱਖਿਆ ਨੂੰ ਵਧਾਉਣ ਦੀ ਕੋਸ਼ਿਸ਼ ਕਰੇ। ਇਹ ਪਿਆਰਿਓ, ਜੇ ਬਾਣੀ ਜਪਾਵਾਂਗੇ, ਕਈ ਮਨ ਦੇ ਸ਼ੰਕਿਆਵਾਦੀ ਕਹਿ ਦਿੰਦੇ ਨੇ ਮੈਂ ਇੱਕ ਗੁਰਸੰਗਤ ਲਿਆਂਦੀ, ਉਹਦੀ ਭੂਤ ਨਾ ਚੜ ਗਈ ਹੋਵੇ ਮੇਰੇ ਤੇ। ਉਹਨੂੰ ਪੁੱਛਣ ਵਾਲਾ ਹੋਵੇ ਕਿ ਸੰਤਾਂ ਦੇ ਵਰ ਕਿੰਨੀਆਂ ਭੂਤਾਂ ਚੜਦੀਆਂ ਹੋਣਗੀਆਂ ਰੋਜ਼। ਇਹ ਨਹੀਂ ਪਿਆਰਿਓ, ਭੂਤ ਪ੍ਰੇਤ ਕੁਛ ਨਹੀਂ, ਜੇਕਰ ਗੁਰੂ ਦਾ ਹੱਥ ਹੋਵੇ। ਮਹਾਰਾਜ ਨੇ ਕਿਹਾ ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਜਿਹਦੇ ਉੱਤੇ ਵਾਹਿਗੁਰੂ ਦਾ ਹੱਥ ਹੈ ਉਹ ਨਹੀਂ ਡਰਦੇ। ਇਹ ਪਿਆਰਿਓ, ਤੁਸੀਂ ਕੌਮ ਨੂੰ ਵਧਾਉਣ ਦੀ ਕੋਸ਼ਿਸ਼ ਕਰੋ, ਪਿਆਰ ਵਧਾਉਣ ਦੀ ਕੋਸ਼ਿਸ਼ ਕਰੋ, ਤੇ ਵਾਹਿਗੁਰੂ ਤੁਹਾਡੀ ਪੱਤ ਰੱਖੇਗਾ। ਮਹਾਰਾਜ ਕਹਿੰਦੇ ਕੋਈ ਤੀਰਥ ਨਾ ਆਇਆ। ਦੇਖੋ ਗੁਰਮੁਖ ਪਿਆਰਿਓ, ਕੋਈ ਤੀਰਥਾਂ ਤੇ ਸਰੋਵਰਾਂ ਤੇ ਨਹਾਉਂਦਾ, ਕੋਈ ਗੁਰੂ ਦੇ ਦਵਾਰੇ ਤੇ ਨਹਾਉਂਦਾ। ਗੁਰ ਸੰਗਤ ਜੀ, ਮੇਘ ਦੀ ਨਾਤੀ ਰੂਹ ਪੁੱਛ ਕੇ ਦੇਖਿਓ ਵਿਦਵਾਨਾਂ ਨੂੰ, ਗੁਰ ਸੰਗਤ ਦੇ ਚਰਨਾਂ ਦੀ ਧੂੜ ਨਾਤੀ ਵੱਡੀ ਹੈ ਕਿ ਨਹੀਂ। ਗੁਰ ਸੰਗਤ ਪਿਆਰੀ ਬੈਠੀ ਹੈ ਸੂਝਵਾਨ, ਗੁਰ ਸੰਗਤ ਤੇ ਗੁਰੂ ਦੇ ਦਵਾਰੇ ਦੀ ਧੂੜ ਪੈ ਜੇ, ਗੁਰ ਸੰਗਤ ਜੀ ਪਾਪ ਤਾਂ ਲੈ ਗਏ। ਤੇ ਜਿਹੜਾ ਆਪਾਂ ਸੋਚੀ ਬੈਠੇ ਆ ਨਾ ਦੁੱਖ, ਇਹ ਦੁਨਿਆਵੀ ਦੁੱਖ ਟੁੱਟ ਜਾਣਗੇ ਤੁਹਾਡੇ। ਲੜ ਪੰਨੋ ਤਿੰਨ ਗੱਲਾਂ, ਇੱਕ ਤਾਂ ਗੁਰੂ ਦਾ ਪ੍ਰੇਮ ਨਹੀਂ ਛੱਡਣਾ। ਬਾਣੀ 'ਚ ਦੱਸਿਆ ਸਾਡੇ ਗੁਰਾਂ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅੱਜ ਪਿਆਰਿਓ, ਮੈਂ ਤੁਹਾਨੂੰ ਬੇਨਤੀ ਕਰਦਾ, ਤੁਸੀਂ ਉਸ ਪਰਮਾਤਮਾ ਨੂੰ ਜੇਕਰ ਪਾਉਣਾ, ਆਪਣੀ ਬਿਰਤੀ ਟਿਕਾਉਣੀ ਆ, ਅਕਾਲ ਪੁਰਖ ਨੂੰ ਵੇਖਣਾ ਤੇ ਪ੍ਰੇਮ ਕਰੋ ਅਕਾਲ ਪੁਰਖ ਨਾਲ, ਅਤੇ ਵਾਹਿਗੁਰੂ ਤੋਂ ਨਿਸ਼ਕਾਮ ਹੋ ਕੇ ਖੜ ਜਾਓ। ਆਪੇ ਸੱਚੇ ਪਾਤਸ਼ਾਹ ਜਿਹੜੀ ਸਾਨੂੰ ਲੋੜ ਹੋਊ, ਜਿਸ ਚੀਜ਼ ਦੀ ਥੋੜ ਹੋਊ, ਗੁਰੂ ਸਾਹਿਬ ਆਪੇ ਦੇ ਦੇਣਗੇ। ਜਦ ਆਪਾਂ ਕਹਿੰਦੇ ਆ ਗੁਰੂ ਜਾਣੀ ਜਾਣ ਹੈ, ਗੁਰੂ ਸਭ ਜਾਣਦਾ ਹੈ, ਤੇ ਗੁਰੂ ਨੂੰ ਨਹੀਂ ਪਤਾ ਤੇਰੇ ਘਰ ਵਿੱਚ ਕੀ ਦੁੱਖ ਹੈ, ਆਪੇ ਦੂਰ ਕਰਨਗੇ। ਇਹ ਤਾਂ ਇੱਕ ਆਪਾਂ ਨੂੰ ਸੰਸਥਾ ਦੇ ਮਿਸ਼ਨ ਹੁੰਦੇ ਨੇ, ਜਿਹੜੀਆਂ 13 ਅਰਦਾਸਾਂ ਦੀਵਾਨ ਸਜਾਉਣੇ। ਗੁਰ ਸੰਗਤ ਜੀ, ਆਪਾਂ ਨੂੰ ਮੰਗ ਮੰਗਣੀ ਚਾਹੀਦੀ ਆ ਵੀ ਇਹ ਵਾਹਿਗੁਰੂ ਸਾਡਾ ਵਿਛੜੇ ਨਾ ਪਿਆਰ, ਸਾਡਾ ਪ੍ਰੇਮ ਨਾ ਵਿਛੜੇ। ਸੱਚੇ ਪਾਤਸ਼ਾਹ ਨੇ ਇਹੀ ਸਮਝਾਇਆ। ਮਹਾਰਾਜ ਜੀ ਇੱਕ ਇੱਕ ਸ਼ਬਦ ਸਮਝਾਉਂਦੇ ਨੇ। ਦਾਸੀ ਹਰ ਕਾ ਨਾਮ ਧਿਆਇਆ, ਵੀ ਜਿਹੜਾ ਦਾਸ ਹੈ, ਦਾਸਾਂ ਦਾ ਵੀ ਦਾਸ ਹੈ, ਉਹ ਨਾਮ ਨੂੰ ਧਿਆਊਗਾ ਵਾਹਿਗੁਰੂ ਦੇ। ਦਾਸਾਂ ਦਾ ਵੀ ਦਾਸ ਬਣ, ਹੰਕਾਰ ਨਾ ਕਰ। ਕੋਈ ਵੀ ਸੇਵਕ ਨੂੰ ਗੁਰੂ ਰੁਤਬਾ ਦੇਵੇ, ਉਹ ਰੁਤਬੇ ਨੂੰ ਨਿਮਰਤਾ ਨਾ ਵਰਤੇ। हे ਪਿਆਰਿਓ, ਆਪਾਂ ਨਿਮਰਤਾ ਲਿਆਓ, ਪ੍ਰੇਮ ਲਿਆਓ। ਜਿਹੜੇ ਪੁਰਸ਼ ਭੁੱਲੇ ਭੜਕੇ ਨਿੰਦਕ ਅਪਰਾਧੀ, ਉਹਨਾਂ ਨੂੰ ਰਾਹ ਪਾਓ ਵੀ हे ਪਿਆਰੇ, ਆਪਣੇ ਅੰਦਰ ਝਾਤੀ ਮਾਰ, ਆਪਣੇ ਗੁਨਾਹ ਦੇਖ, ਤੂੰ ਕਿਤਨੇ ਕਰਦਾ ਹੈ।
ਫਿਰ ਕਿਸੇ ਨੂੰ ਨਿੰਦੀ। ਮਹਾਰਾਜ ਜੀ ਕਹਿੰਦੇ ਤੂੰ ਆਪਣੇ ਅੰਦਰ ਝਾਤੀ ਮਾਰ, ਆਪਣੇ ਮਨ ਨੂੰ ਸਮਝਾ, ਆਪਣੇ ਮਨ ਦੀ ਬਿੱਤੀ ਦੇਖ, ਕੀ ਨਹੀਂ ਤੇਰੇ ਅੰਦਰ, ਮੋਹ ਨਹੀਂ, ਮਾਇਆ ਨਹੀਂ, ਲਾਲਚ ਨਹੀਂ, ਜਾਂ ਧੀਆਂ ਪੁੱਤਾਂ ਦਾ ਪਿਆਰ ਨਹੀਂ ਤੇਰੇ ਅੰਦਰ, ਦੱਸ ਤੇਰੇ ਅੰਦਰ ਕੀ ਨਹੀਂ, ਫਿਰ ਤੂੰ ਕਿਸੇ ਨੂੰ ਤਾਨਾ ਮਾਰੀ। ਇਹ ਪਿਆਰੇ ਤੂੰ ਇਹਨਾਂ ਤੋਂ ਬਖਸ਼ ਕੇ ਇਹਨਾਂ ਗੱਲਾਂ ਦਾ ਤਿਆਗ ਕਰਕੇ ਦਿਖਾ, ਫਿਰ ਭਾਵੇਂ ਨਿੰਦਿਆ ਕਰਨ ਦਾ ਹੱਕਦਾਰ ਹੈ। ਇਹ ਪਿਆਰੇ ਤੂੰ ਸਰੋਵਰ ਚ ਨਹਾ, ਐਸੇ ਸਰੋਵਰ ਚ ਨਹਾ ਜਿਹਦੀ ਤੈਨੂੰ ਮਤ ਆਵੇ, ਗਿਆਨ ਆਵੇ, ਜਿੱਥੇ ਤੈਨੂੰ ਪਰਮਾਤਮਾ ਖੜੇ ਮਿਲਣ। ਐਸੇ ਮਹਾਰਾਜ ਪਰਮਾਰਖੇ ਹਨ। ਬੰਧਨ ਕਟਮ ਹਰ ਸੁਆਮੀ, ਜਨ ਨਾਨਕ ਸਿਮਰੇ ਅੰਤਰ ਜਾਮੀ। ਹਾਂਜੀ, ਮਹਾਰਾਜ ਜੀ ਦੱਸਦੇ ਹੈ ਬੰਧਨ ਵੀ ਇਹ ਮਹਾਰਾਜ ਜਿਹੜੇ ਆ ਬੰਧਨ ਹੈ 84 ਦੇ, ਇਹ ਅਕਾਲ ਪੁਰਖ ਤੈਂ ਕੱਟਣੇ ਹੈ। ਮੇਰੇ ਬੰਧਨ ਕੱਟ ਦੋ ਮਹਾਰਾਜ ਜੀ, ਮੇਰੇ ਉੱਤੇ ਕਿਰਪਾ ਕਰ ਦੋ, ਮੈਂ ਤੁਹਾਡੀ ਸ਼ਰਨ ਆ ਗਿਆ। ਦੇਖੋ ਜਦੋਂ ਭੁੱਲ ਕੇ ਵੀ ਕੋਈ ਆ ਜੇ ਨਾ, ਜਿਵੇਂ ਮਹਾਰਾਜ ਨੇ ਨਾ ਸਰਾਪ ਦੇਤਾ ਸੀ, ਪੰਜਵੇਂ ਗੁਰਾਂ ਨੇ ਸੱਤੇ ਤੇ ਬਲਵੰਡੇ ਨੂੰ ਕੱਢਤੇ ਸੀ ਉਹਨਾਂ ਨੇ ਗੁਰੂ ਘਰ ਚੋਂ। ਪਰ ਪਿਆਰਿਓ ਮਹਾਰਾਜ ਨੇ ਸ਼ਰਤ ਰੱਖਤੀ ਸੀ, ਜਿਹੜਾ ਉਹਨਾਂ ਨੂੰ ਬਖਸ਼ਿੰਦ ਆਊ ਵੀ ਜਾਣੀ ਉਹਨੂੰ ਪੂਰਾ ਸੱਜ ਧੱਜ ਕੇ ਆਉਣਾ ਪਊ। ਸਭ ਨੂੰ ਤੁਹਾਨੂੰ ਪਤਾ ਪਿਆਰਿਓ, ਉਵੇਂ ਹੀ ਭਾਈ ਫਿਰ ਲੱਦੇ ਨੂੰ ਜਾਣਾ ਪਿਆ। ਹੇ ਪਿਆਰਿਓ, ਇਹ ਸਤਿਗੁਰੂ ਦੇ ਬਖਸ਼ੇ ਜਾਣ ਅੱਜ ਬਖਸ਼ੇ ਗਏ ਆਪਾਂ, ਨਹੀਂ ਇਹ ਕਲੰਕ ਧੋਤਾ ਨਹੀਂ ਸੀ ਜਾਣਾ। ਹੇ ਪਿਆਰਿਓ, ਆਪਾਂ ਮਹਾਰਾਜ ਤੋਂ ਬਖਸ਼ੇ ਜਾਓ ਤਾਂ ਵਧੀਆ, ਬਖਸ਼ਣਹਾਰ ਦੀ ਝੋਲੀ ਪੈ ਜਾਓ। ਆਪਾਂ ਭੁੱਲੇ ਪੜ ਕੇ ਦਾਤ ਲੈ ਲਓ ਗੁਰਾਂ ਦੀ, ਗੁਰੂ ਧਾਰ ਲਓ ਗੁਰੂ ਗ੍ਰੰਥ ਸਾਹਿਬ। ਫਿਰ ਸਵਾਮੀ ਜੀ ਨੇ ਦੱਸਿਆ ਹੈ, ਬੰਧਨ ਕਾਟਨ ਹਾਰ ਸੁਆਮੀ, ਜਨ ਨਾਨਕ ਸਿਮਰਨ ਸਿਮਰੇ ਅੰਤਰ ਜਾਮੀ। ਵੀ ਇਹ ਸਵਾਮੀ ਬੰਧਨ ਕੱਟ ਦੇ। ਪਹਿਲਾਂ ਤਾਂ ਸਾਡੀ ਕਿਰਪਾ ਕਰਕੇ ਮਨ ਬਣਾ ਦੇ, ਬੰਨੇ ਪਏ ਆ ਮਨ ਏਦਾਂ ਦੇ ਬੰਨੇ ਗਏ, ਉਹ ਟੁੱਟਦੇ ਹੀ ਨਹੀਂ, ਤੁਹਾਡੇ ਚਰਨਾਂ ਵੱਲ ਖਿੱਚ ਹੀ ਨਹੀਂ ਪੈਂਦੀ। ਫਿਰ ਸਵਾਮੀ ਜੀ ਨੇ ਦੱਸਿਆ ਹੈ, ਸਿਮਰੇ ਅੰਤਰ ਜਾਮੀ। ਸਿਮਰ ਹੋ ਹੀ ਸਕਦਾ ਜਿਹੜਾ ਤੈਨੂੰ ਪਛਾਣੇ। ਜਿੰਨੀ ਦੇਰ ਮਹਾਰਾਜ ਜੀ ਤੁਹਾਡੀ ਪਛਾਣ ਨਹੀਂ ਆਉਂਦੀ, ਤੁਹਾਡਾ ਪਿਆਰ ਨਹੀਂ ਜਾਗਦਾ, ਓਨੀ ਦੇਰ ਸਵਾਮੀ ਜੀ ਤੇਰਾ ਨਾਮ ਜਪਣਾ ਵੀ ਔਖਾ, ਤੇਰੇ ਲੜ ਲੱਗਣਾ ਵੀ ਔਖਾ। ਇਸ ਕਰਕੇ ਕਿਰਪਾ ਕਰ, ਅੰਦਰ ਆਤਮਾ ਦੇ ਵਿੱਚ ਭਰ ਆਪਣਾ ਪ੍ਰੇਮ, ਆਪਣਾ ਸਿਮਰਨ, ਆਪਣੀ ਸ਼ਕਤੀ, ਆਪਣੇ ਚਰਨਾਂ ਦੀ ਸ਼ੋਭਾ ਦੇ। ਐਸੇ ਮਹਾਰਾਜ ਪਰਮਾਰਖੀ ਹਨ। ਬੁਲਾਓ ਫਤਿਹ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਬਾਣੀ ਪਿਤਾ ਮਾਤਾ ਧਰਤ ਮਾਤ, ਚੰਗਿਆਈਆਂ ਬੁਰਿਆਈਆਂ ਵਚ ਧਰਮ ਦੂਰ, ਜਿਨੀ ਨਾਮ ਧਿਆਇਆ ਗਏ ਸਕਤ ਕਾਲ, ਨਾਨਕ ਤੇ ਮੁਖੀ ਉਜੜੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ
पालन हर दुखंत सुख रस ताको विघ्न न को लग जाति प्रभा की अरदास सही गुरु प्यारे मेल जिन्ना मेरा पवित्र नाम चितावे नानक नाम चढ़दी कला तेरे पाने सर्वत का वाहिगुरू जी का खालसा वाहिगुरू जी की फतेह बोले वाहिगुरू जी का खालसा वाहिगुरू जी की परम सम्मानयोग गुरु प्यारे गुरसंगत जीओ, आप जी ने महापुरुषों के मुखार विचों श्री गुरु ग्रंथ साहिब महाराज जी की अमर कथा अमर बाणी के प्रवचन सरवण करे। सो असी सारी आई हुई गुरसंगत का महापुरखों वालों और सारे सेवादारां वालों तय दिलों धन्नवाद करते हैं और जी आया आखते हैं। ये संस्था का यही मिशन है, गुरु ग्रंथ साहिब जी का जाप कराना, प्यारे 40 दिन सिमरन कराना ते गुरमुख प्यारे नूं जिन्ने भी इत्थे आउंदे आ उन्होंने 13 गुरु नानक देव जी के नाम से 13 जो तोलिया उस नाम से उस विधि अनुसार सत्संग कराने की महापुरख प्रेरणा देंदे है। और इत्थे हर एतवार नूं ये संत आश्रम पिंड चांडे विखे गुरु ग्रंथ साहिब महाराज जी की कथा गुरसंगतां नूं मुखियान करा के उस गुरु महाराज जी के चरणों नाल जोड़ के संगतां नूं गुरु ग्रंथ साहिब जी के चरणों नाल जोड़न का उपदेश ये दिता जाता है। जो गुरु नानक की गद्दी दे विचों जो मिशन है गुरसंगत जी उस मिशन अधीन गुरु ग्रंथ साहिब जी के चरणों नाल जोड़ना, नाम जपाउणा, सेवा करनी ते सेवा कराउणी, नाम जपना ते नाम जपाउणा और वध तो वध संगत नूं गुरु ग्रंथ साहिब जी के चरणों के नाल जोड़ना, ये प्यारे इत्थों का मिशन है। सतगुरु सो थान सुहावा राम राम